ਹੈਲੋ एवरीवन। ਅੱਜ ਅਸੀਂ ਸਟਾਰਟ ਕਰ ਰਹੇ ਹਾਂ ਫੰਕਸ਼ਨ ਆਫ ਬਾਉਂਡਡ ਵੇਰੀਏਸ਼ਨ ਦਾ ਥਰਡ ਪਾਰਟ। ਇਸ ਤੋਂ ਪਹਿਲਾਂ ਅਸੀਂ ਦੋ ਪਾਰਟ ਡਿਸਕਸ ਕਰ ਚੁੱਕੇ ਹਾਂ। ਫਸਟ ਪਾਰਟ ਦੇ ਵਿੱਚ ਅਸੀਂ ਇਹਦੀ ਡੈਫੀਨੇਸ਼ਨ ਪੜ੍ਹੀ ਸੀਗੀ, ਬਹੁਤ ਹੀ ਡਿਟੇਲ ਦੇ ਵਿੱਚ ਇਹਦੀ ਡੈਫੀਨੇਸ਼ਨ ਨੂੰ ਡਿਸਕਸ ਕੀਤਾ ਸੀ। ਸੈਕਿੰਡ ਪਾਰਟ ਦੇ ਵਿੱਚ ਅਸੀਂ ਇਹਦੀਆਂ ਕੁਝ ਪ੍ਰੋਪਰਟੀਜ਼ ਨੂੰ ਡੀਲ ਕੀਤਾ ਸੀ ਕਿ ਐਵਰੀ ਮੋਨੋਟੋਨਿਕ ਫੰਕਸ਼ਨ ਇਜ਼ ਬਾਉਂਡਡ ਵੇਰੀਏਸ਼ਨ। ਜੇਕਰ ਸਾਡੇ ਕੋਲ ਕੋਈ ਫੰਕਸ਼ਨ ਕੰਟੀਨਿਊਸ ਆ, ਉਹਦਾ ਡੈਰੀਵੇਟਿਵ ਬਾਉਂਡਡ ਆ ਕਿਸੇ ਓਪਨ ਇੰਟਰਵਲ ਦੇ ਵਿੱਚ, ਤਾਂ ਉਹ ਫੰਕਸ਼ਨ ਵੀ ਬਾਉਂਡਡ ਵੇਰੀਏਸ਼ਨ ਹੋਏਗਾ। ਫਿਰ ਅਸੀਂ ਦੇਖਿਆ ਸੀ ਕਿ ਉਹਨਾਂ ਦੋਨਾਂ ਪ੍ਰੋਪਰਟੀਜ਼ ਦੇ ਕਨਵਰਸ ਨੇ ਜਿਹੜੇ ਉਹ ਟਰੂ ਹੈਗੇ ਨੇ ਜਾਂ ਨਹੀਂ, ਹੋਲਡ ਹੋ ਰਹੇ ਨੇ ਜਾਂ ਨਹੀਂ। ਅੱਜ ਅਸੀਂ ਨੈਕਸਟ ਪਾਰਟ ਕਰ ਰਹੇ ਹਾਂ ਬੱਚੇ, ਥਰਡ ਪਾਰਟ, ਜਿਹਦੇ ਵਿੱਚ ਅੱਗੇ ਪ੍ਰੋਪਰਟੀਜ਼ ਨੂੰ ਹੀ ਕੰਟੀਨਿਊ ਕਰ ਰਹੇ ਹਾਂ। ਥਰਡ ਪ੍ਰੋਪਰਟੀ ਅਸੀਂ ਕਰਨ ਜਾ ਰਹੇ ਹਾਂ। ਸਟੇਟਮੈਂਟ ਕੀ ਆ, ਇਫ ਐਫ ਇਜ਼ ਅ ਬਾਉਂਡਡ ਵੇਰੀਏਸ਼ਨ ਔਨ ਏ ਟੂ ਬੀ। ਬੱਚੇ ਇੰਪੋਰਟੈਂਟ ਪ੍ਰੋਪਰਟੀਜ਼ ਨੇ ਕਿਉਂਕਿ ਇਹ ਸਾਡੇ ਕੋਲ ਇਹਦਾ ਬੇਸਿਸ ਦਾ ਕੰਮ ਕਰਦੀਆਂ ਨੇ, ਬਾਉਂਡਡ ਵੇਰੀਏਸ਼ਨ ਦੇ ਲਈ ਬੇਸ ਦਾ ਕੰਮ ਕਰਦੀਆਂ ਨੇ, ਤਾਂ ਕਰਕੇ ਸਾਡੇ ਲਈ ਇੰਪੋਰਟੈਂਟ ਬਣ ਜਾਂਦੀਆਂ ਨੇ। If f is of bounded variation on a to b, say summation of del f k is less than equal to m। देखो ਸਾਨੂੰ ਕੀ ਦੇ ਰੱਖਿਆ, ਕਹਿੰਦੇ ਹੁਣ ਤੱਕ ਅਸੀਂ ਇਹ ਮੰਨਿਆ ਕਿ ਜੇ ਮੋਨੋਟੋਨਿਕ ਆ ਤਾਂ ਬਾਉਂਡਡ ਵੇਰੀਏਸ਼ਨ ਹੋਗਾ, ਇਹ ਚੀਜ਼ ਪ੍ਰੂਵ ਕਰਾਓ। ਜੇਕਰ ਡੈਰੀਵੇਟਿਵ ਬਾਉਂਡਡ ਆ ਤਾਂ ਉਹ ਬਾਉਂਡਡ ਵੇਰੀਏਸ਼ਨ ਹੋਏਗਾ, ਇਹ ਪ੍ਰੂਵ ਕਰਾਓ। ਹੁਣ ਇੱਥੇ ਉਲਟਾ ਕਹਿੰਦੇ ਜੇਕਰ ਸਾਨੂੰ ਫੰਕਸ਼ਨ ਆਲਰੇਡੀ ਦਿੱਤਾ ਹੋਇਆ ਉਹ ਬਾਉਂਡਡ ਵੇਰੀਏਸ਼ਨ ਆ ਔਨ a to b ਇੰਟਰਵਲ ਦੇ ਵਿੱਚ। ਬਾਉਂਡਡ ਵੇਰੀਏਸ਼ਨ ਦੀ ਡੈਫੀਨੇਸ਼ਨ ਕੀ ਹੈ ਕਿ ਉਹਦਾ ਜਦੋਂ ਅਸੀਂ ਸਮ ਕਰਾਂਗੇ ਉਹ ਕੀ ਹੋਣਾ ਚਾਹੀਦਾ, ਫਾਈਨਾਈਟ ਹੋਣਾ ਚਾਹੀਦਾ ਹਰ ਪਾਰਟੀਸ਼ਨ ਦੇ ਲਈ, ਉਸ ਇੰਟਰਵਲ ਦੀ ਹਰ ਪਾਰਟੀਸ਼ਨ ਦੇ ਲਈ। ਦੈਨ ਐਫ ਇਜ਼ ਅ ਬਾਉਂਡਡ ਫੰਕਸ਼ਨ ਔਨ ਏ ਟੂ ਬੀ। ਦੈਨ ਪ੍ਰੂਵ ਕਰਨਾ, ਕਹਿੰਦੇ ਉਹ ਫੰਕਸ਼ਨ ਬਾਉਂਡਡ ਵੀ ਹੋਏਗਾ। ਸੋ ਹੁਣ ਤੱਕ ਅਸੀਂ ਕੀ ਕੀਤਾ, ਬਾਉਂਡਡ ਵੇਰੀਏਸ਼ਨ ਵੱਲ ਗਏ ਹਾਂ, ਬਟ ਹੁਣ ਅਸੀਂ ਕੀ ਕਰਨਾ, ਬਾਉਂਡਡ ਵੇਰੀਏਸ਼ਨ ਤੋਂ ਅਸੀਂ ਕਿਹਦੇ ਵੱਲ ਨੂੰ ਆ ਰਹੇ ਹਾਂ, ਬਾਉਂਡਡ ਨੂੰ। ਪ੍ਰੂਵ ਕਰਨਾ ਜਿਹੜਾ ਵੀ ਫੰਕਸ਼ਨ ਬਾਉਂਡਡ ਵੇਰੀਏਸ਼ਨ ਹੋਏਗਾ ਉਹ ਪੱਕਾ ਹੀ ਫਿਰ ਸਾਡੇ ਕੋਲ ਕੀ ਹੋਏਗਾ, ਬਾਉਂਡਡ ਵੀ ਹੋਏਗਾ। ਹੁਣ ਇੱਥੇ ਕੁਐਸਚਨ ਫਿਰ ਅਰਾਈਜ਼ ਹੋਏਗਾ ਬੱਚੇ ਕੀ ਇਹਦਾ ਕਨਵਰਸ ਵੀ ਹੋਲਡ ਹੋਏਗਾ ਜਾਂ ਨਹੀਂ। ਕੀ ਅਸੀਂ ਕਹਿ ਸਕਦੇ ਹਾਂ ਕਿ ਹਰ ਬਾਉਂਡਡ ਫੰਕਸ਼ਨ ਫਿਰ ਬਾਉਂਡਡ ਵੇਰੀਏਸ਼ਨ ਵੀ ਹੋਏਗਾ? ਫਿਰ ਤਾਂ ਸਾਡਾ ਕੰਮ ਬਹੁਤ ਈਜ਼ੀ ਹੋ ਜਾਏਗਾ ਕਿ ਫੰਕਸ਼ਨ ਚੈੱਕ ਕਰੋ, ਜੇ ਉਹ ਬਾਉਂਡਡ ਹੋਇਆ ਤਾਂ ਪੱਕਾ ਬਾਉਂਡਡ ਵੇਰੀਏਸ਼ਨ ਵੀ ਹੋ ਜਾਏਗਾ। ਇਹ ਅਸੀਂ ਬਾਅਦ ਦੇ ਵਿੱਚ ਦੀ ਗੱਲ ਕਰਦੇ ਹਾਂ ਬੱਚੇ, ਸਿਰਫ ਅਸੀਂ ਇੰਨਾ ਸਮਝਦੇ ਹਾਂ ਜੇਕਰ ਕੋਈ ਫੰਕਸ਼ਨ ਬਾਉਂਡਡ ਵੇਰੀਏਸ਼ਨ ਆ ਤਾਂ ਪੱਕਾ ਉਹ ਫੰਕਸ਼ਨ ਬਾਉਂਡਡ ਵੀ ਹੋਏਗਾ। ਇਹ ਚੀਜ਼ ਅਸੀਂ ਨੇ ਪ੍ਰੂਵ ਕਰਨੀ ਆ। ਹੁਣ ਦੇਖੋ ਜਦੋਂ ਅਸੀਂ ਕੋਈ ਥਿਓਰਮ ਦਾ ਪ੍ਰੂਫ ਸਟਾਰਟ ਕਰਨਾ ਹੁੰਦਾ ਤਾਂ ਸਭ ਤੋਂ ਪਹਿਲਾਂ ਬੱਚੇ ਅਸੀਂ ਕੀ ਲਿਖਦੇ ਹਾਂ, ਜੋ ਚੀਜ਼ ਉਹਨਾਂ ਨੇ ਸਾਨੂੰ ਦਿੱਤੀ ਹੋਈ ਆ ਉਹ ਚੀਜ਼ ਲਿਖਦੇ ਹਾਂ। ਫਿਰ ਉਸ ਤੋਂ ਬਾਅਦ ਜੋ ਅਸੀਂ ਪ੍ਰੂਫ ਕਰਾਉਣਾ ਹੁੰਦਾ ਉਹ ਲਿਖਦੇ ਹਾਂ। ਫਿਰ ਜੋ ਉਹਨਾਂ ਨੇ ਦਿੱਤਾ ਹੋਇਆ ਉਹਦੀ ਡੈਫੀਨੇਸ਼ਨ ਨੂੰ ਯੂਜ਼ ਕਰਕੇ ਜਿਹੜੀ ਚੀਜ਼ ਅਸੀਂ ਪ੍ਰੂਫ ਕਰਾਉਣੀ ਹੁੰਦੀ ਹੈ ਉੱਥੇ ਤੱਕ ਪਹੁੰਚਣ ਦੀ ਟਰਾਈ ਕਰਦੇ ਹਾਂ। ਹੁਣ ਕੀ ਦੇ ਰੱਖਿਆ ਉਹਨੇ, ਕਹਿੰਦੇ ਐਫ ਸਾਨੂੰ ਬਾਉਂਡਡ ਵੇਰੀਏਸ਼ਨ ਦੇ ਰੱਖਿਆ। ਇਸ ਦਾ ਮਤਲਬ ਪਹਿਲੀ ਲਾਈਨ ਸਾਡੀ ਕੀ ਹੋਊਗੀ, ਗਿਵਨ ਦੈਟ ਐਫ ਇਜ਼ ਅ ਫੰਕਸ਼ਨ ਆਫ ਬਾਉਂਡਡ ਵੇਰੀਏਸ਼ਨ ਔਨ ਏ ਟੂ ਬੀ। ਬੀ ਦਾ ਮਤਲਬ ਬੱਚੇ ਬਾਉਂਡਡ ਵੇਰੀਏਸ਼ਨ, ਇਹਦੀ ਸਮਾਲ ਫਾਰਮ ਔਨ ਏ ਟੂ ਬੀ। ਦੈਨ ਡੈਫੀਨੇਸ਼ਨ ਕੀ ਕਹਿੰਦੀ ਸੀ ਬਾਉਂਡਡ ਵੇਰੀਏਸ਼ਨ ਦੀ, ਕਿ ਇਹਦੀ ਜਿਹੜਾ ਸਮ ਕਰਾਂਗੇ ਡੈਲ ਐਫ ਕੇ ਕੱਢਾਂਗੇ, ਉਹਦਾ ਸਮੇਸ਼ਨ ਉਹ ਹਮੇਸ਼ਾ ਹੀ ਫਾਈਨਾਈਟ ਰਹੇਗਾ ਹਰ ਪਾਰਟੀਸ਼ਨ ਦੇ ਲਈ, ਜਿਹੜੀ ਮਰਜ਼ੀ ਪਾਰਟੀਸ਼ਨ ਕਰ ਲਓ। ਇਸ ਦਾ ਮਤਲਬ ਅਸੀਂ ਬਾਏ ਡੈਫੀਨੇਸ਼ਨ ਅਸੀਂ ਇਹ ਲਿਖ ਸਕਦੇ ਹਾਂ ਬੱਚੇ, ਕਹਿੰਦੇ ਬਾਉਂਡਡ ਵੇਰੀਏਸ਼ਨ ਦੀ ਡੈਫੀਨੇਸ਼ਨ ਕੀ ਕਹਿੰਦੀ ਹੈ ਕਿ ਡੈਲ ਐਫ ਕੇ ਇਜ਼ ਲੈਸ ਦੈਨ ਇਕੁਅਲ ਟੂ ਐਮ। ਮਤਲਬ ਕਿ ਜਦੋਂ ਵੀ ਅਸੀਂ ਡੈਲ ਐਫ ਕੇ ਦਾ ਸਮ ਕਰਾਂਗੇ ਕਿਸੇ ਵੀ ਪਾਰਟੀਸ਼ਨ ਦੇ ਉੱਤੇ ਤਾਂ ਹਮੇਸ਼ਾ ਉਹ ਕੀ ਰਹਿਣਾ ਚਾਹੀਦਾ, ਫਾਈਨਾਈਟ ਰਹਿਣਾ ਚਾਹੀਦਾ। ਜਾਂ ਫਿਰ ਡੈਲ ਨੂੰ ਓਪਨ ਕਰਕੇ ਲਿਖ ਸਕਦੇ ਹਾਂ ਬੱਚੇ। ਡੈਲ ਦਾ ਮਤਲਬ ਕੀ ਸੀਗਾ ਸਾਡੇ ਕੋਲ, ਡਿਫਰੈਂਸ, ਫਾਰਵਰਡ ਡਿਫਰੈਂਸ, ਕਿਵੇਂ ਕਿ ਐਫ ਆਫ ਕੇ ਮਾਈਨਸ ਐਫ ਕੇ ਮਾਈਨਸ 1। ਇਹੋ ਜਿਹੇ ਟਰਮ ਦਾ ਜਦੋਂ ਅਸੀਂ ਸਮ ਕਰਾਂਗੇ ਉਹ ਕੀ ਹੋਣਾ ਚਾਹੀਦਾ, ਫਾਈਨਾਈਟ ਹੋਣਾ ਚਾਹੀਦਾ। ਸੋ ਅਸੀਂ ਕਹਿੰਦੇ ਇਹਨੂੰ ਜਾਂ ਤਾਂ ਐਵੇਂ ਲਿਖ ਲਓ, ਨਹੀਂ ਅਸੀਂ ਐਵੇਂ ਵੀ ਲਿਖ ਸਕਦੇ ਹਾਂ, ਸਮੇਸ਼ਨ ਕੇ ਵੇਰੀਏਸ਼ਨ 1 to n mod f x k minus f x k minus 1 is less than equal to n। ਅਗੇਨ ਬੱਚੇ ਡੈਫੀਨੇਸ਼ਨ ਲਿਖਿਆ ਸੀ, ਅਜੇ ਤੱਕ ਕੁਛ ਨਹੀਂ ਕੀਤਾ। ਹੁਣ ਅਸੀਂ ਪ੍ਰੂਫ ਕੀ ਕਰਾਉਣਾ ਇਹਨੂੰ, ਬਾਉਂਡਡ ਦਾ ਮਤਲਬ ਕੀ ਹੁੰਦਾ ਬੱਚੇ, ਸਿੰਪਲੀ ਜੇ ਅਸੀਂ ਫੰਕਸ਼ਨ ਬਾਉਂਡਡ ਦੀ ਗੱਲ ਕਰੀਏ, ਕਿਤੇ ਕੰਸੈਪਟ ਆ ਜਾਵੇ ਸਾਨੂੰ ਬਾਉਂਡਡ, ਤਾਂ ਇਹਦਾ ਮਤਲਬ ਕੀ ਹੁੰਦਾ, ਇੱਕ ਹੁੰਦਾ ਬਾਉਂਡਡ ਬਿਲੋ, ਇੱਕ ਹੁੰਦਾ ਬਾਉਂਡਡ ਅਬਵ। ਜਿਹੜਾ ਫੰਕਸ਼ਨ ਇਹ ਦੋਨੋਂ ਹੀ ਕੰਡੀਸ਼ਨ ਨੂੰ ਹੋਲਡ ਕਰਦਾ, ਮਤਲਬ ਉਹ ਬਾਉਂਡਡ ਅਬਵ ਵੀ ਹੋਵੇ ਤੇ ਬਾਉਂਡਡ ਬਿਲੋ ਵੀ ਹੋਵੇ, ਉਹਨੂੰ ਅਸੀਂ ਕੀ ਬੋਲ ਦਿੰਦੇ ਹਾਂ, ਬਾਉਂਡਡ ਫੰਕਸ਼ਨ ਬੋਲ ਦਿੰਦੇ ਹਾਂ। ਦੇਖੋ ਬੱਚੇ ਕੀ ਕਹਿ ਰਿਹਾ, ਕਹਿੰਦੇ ਦੀ ਡੈਫੀਨੇਸ਼ਨ ਸਾਡੇ ਕੋਲ ਕੀ ਹੁੰਦੀ ਹੈ, ਕੋਈ ਵੀ ਫੰਕਸ਼ਨ ਐਫ ਕਿਸੇ ਵੀ ਇੰਟਰਵਲ 'ਤੇ ਆ, ਏ ਟੂ ਬੀ ਇੰਟਰਵਲ ਦੇ ਵਿੱਚ, ਕਿਸੇ ਵੀ ਫੰਕਸ਼ਨ ਇੰਟਰਵਲ ਦੇ ਵਿੱਚ ਗਿਵਨ ਆ ਏ ਟੂ ਬੀ ਕਲੋਜ਼ਡ ਓਪਨ ਇੰਟਰਵਲ। ਕਹਿੰਦੇ ਇਹਦੇ ਵਿੱਚ ਅਸੀਂ ਨੇ ਕੀ ਲਿਆ, ਕੋਈ ਵੀ ਐਕਸ ਜੋ ਇਸ ਏ ਬੀ ਨੂੰ ਬਿਲੋਂਗ ਕਰੇਗਾ, ਕੋਈ ਵੀ ਐਕਸ ਐਲੀਮੈਂਟ ਜੋ ਅਸੀਂ ਇਸ ਇੰਟਰਵਲ ਦੇ ਵਿੱਚੋਂ ਲਵਾਂਗੇ, ਉਹਦੇ ਉੱਤੇ ਜਦੋਂ ਫੰਕਸ਼ਨ ਦੀ ਵੈਲਿਊ ਚੈੱਕ ਕੀਤੀ ਉਹ ਹਮੇਸ਼ਾ ਕੀ ਆਉਣੀ ਚਾਹੀਦੀ ਹੈ, ਸਮ ਕਿਸੇ ਫਾਈਨਾਈਟ ਨੰਬਰ ਤੋਂ ਲੈਸ ਆਉਣੀ ਚਾਹੀਦੀ ਆ। ਜੇਕਰ ਮੋਡ ਕਰੇ ਤੇ ਬੱਚੇ ਮੋਡ ਦੇ ਵਿੱਚ ਨੈਗੇਟਿਵ ਪੋਜ਼ੀਟਿਵ ਦੋਨੋਂ ਹੀ ਆ ਜਾਣਗੇ। ਇਸ ਦਾ ਮਤਲਬ ਇਹਨੂੰ ਇਹ ਲਿਖ ਸਕਦੇ ਹਾਂ ਕਿ ਐਫ ਐਕਸ ਦੀ ਵੈਲਿਊ ਮਾਈਨਸ ਐਮ ਤੋਂ ਵੱਡੀ ਹੋਣੀ ਚਾਹੀਦੀ ਹੈ ਅਤੇ ਐਮ ਤੋਂ ਕੀ ਹੋਣੀ ਚਾਹੀਦੀ ਹੈ, ਛੋਟੀ ਹੋਣੀ ਚਾਹੀਦੀ ਆ। ਦੋਨੋਂ ਹੀ ਫਾਰਮ ਆ ਜਾਣਗੀਆਂ, ਬਿਲੋ ਵੀ ਆ ਜੂਗੀ, ਅਬਵ ਵੀ ਆ ਜੂਗੀ। ਸੋ ਦੋਹਾਂ ਨੂੰ ਕੰਬਾਈਨ ਕਰਕੇ ਇਹ ਫਾਰਮ ਬਣਾ ਸਕਦੇ। ਕਹਿੰਦੇ ਕੋਈ ਵੀ ਇੰਟਰਵਲ ਲਿਆ, ਉਹਦੇ ਵਿੱਚੋਂ ਜਿਹੜਾ ਮਰਜ਼ੀ ਐਕਸ ਚੱਕ ਲਓ, ਉਹਦੇ ਲਈ ਜਦੋਂ ਫੰਕਸ਼ਨ ਦੀ ਵੈਲਿਊ ਚੈੱਕ ਕਰਾਂਗੇ, ਉਹਦੇ ਪੁਆਇੰਟ 'ਤੇ ਫੰਕਸ਼ਨ ਦੀ ਵੈਲਿਊ ਚੈੱਕ ਕਰਾਂਗੇ, ਉਹਦਾ ਮੋਡ ਕਰੇ ਤੇ ਕਿਸੇ
ਪੋਜ਼ੀਟਿਵ ਨੰਬਰ ਤੋਂ ਕੀ ਹੋਣਾ ਚਾਹੀਦਾ, ਛੋਟਾ ਹੋਣਾ ਚਾਹੀਦਾ, ਤਾਂ ਫੰਕਸ਼ਨ ਕੀ ਹੋ ਜਾਂਦਾ, ਬਾਊਂਡਡ ਹੋ ਜਾਂਦਾ। ਸੋ ਹੁਣ ਇੱਥੇ ਵੀ ਕੀ ਆ ਬੱਚੇ, ਅਸੀਂ ਏ ਬੀ ਇੰਟਰਵਲ ਦੇ ਵਿੱਚ ਗੱਲ ਕਰ ਰਹੇ ਹਾਂ, ਤਾਂ ਏ ਬੀ ਇੰਟਰਵਲ ਦੇ ਵਿੱਚੋਂ ਕੋਈ ਵੀ ਅਸੀਂ ਐਕਸ ਚੱਕਣਾ ਅਤੇ ਪ੍ਰੂਫ ਕਰਾਉਣਾ ਕਿ ਜਦੋਂ ਐਫ ਐਕਸ ਅਸੀਂ ਓਪਨ ਕੀਤਾ ਤਾਂ ਉਹ ਫਾਈਨਾਈਟ ਆਂਸਰ ਦੇਗਾ। ਜੇਕਰ ਉਹਦਾ ਮੋਡ ਕਿਸੇ ਫਾਈਨਾਈਟ ਨੰਬਰ ਤੋਂ ਲੈਸ ਹੈ ਤਾਂ ਫੰਕਸ਼ਨ ਕੀ ਹੋ ਜਾਏਗਾ, ਬਾਊਂਡਡ ਹੋ ਜਾਏਗਾ। ਸੋ ਬੱਚੇ ਹੁਣ ਇਹਦੀ ਅਸੀਂ ਨੇ ਕੀ ਕੀਤਾ, ਐਕਸ ਚਾਹੀਦਾ ਸੀ, ਸਾਨੂੰ ਬਾਊਂਡਡ ਵੇਰੀਏਸ਼ਨ 'ਚ ਪਾਰਟੀਸ਼ਨ ਚਾਹੀਦੀ ਹੁੰਦੀ ਹੈ, ਤਾਂ ਦੋਹਾਂ ਨੂੰ ਯੂਜ਼ ਕਰਨ ਦੇ ਲਈ ਅਸੀਂ ਕੀ ਕਿਹਾ, ਕਹਿੰਦੇ ਇਹਦੀ ਇੱਕ ਪਰਟੀਕੂਲਰ ਪਾਰਟੀਸ਼ਨ ਲੈ ਲਈ, ਜੋ ਏ ਬੀ ਇੰਟਰਵਲ ਦਿੱਤਾ ਹੋਇਆ ਉਹਦੀ ਇੱਕ ਪਰਟੀਕੂਲਰ ਪਾਰਟੀਸ਼ਨ ਕਰ ਲਈ। ਪਰਟੀਕੂਲਰ ਪਾਰਟੀਸ਼ਨ ਕਿਹੜੀ, ਏ ਤੋਂ ਲੈ ਕੇ ਐਕਸ, ਐਕਸ ਤੋਂ ਲੈ ਕੇ ਕਿੱਥੇ ਤੱਕ, ਬੀ ਤੱਕ ਪਾਰਟੀਸ਼ਨ ਹੀ ਕਰਨੀ ਸੀ, ਪਾਰਟੀਸ਼ਨ ਕਰ ਲਈ। ਬੱਚੇ ਕਿਸ ਤਰ੍ਹਾਂ ਦੀ ਹੈ, ਕਹਿੰਦੇ ਏ ਤੋਂ ਬਾਅਦ ਐਕਸ ਆਉਂਦਾ, ਐਕਸ ਤੋਂ ਬਾਅਦ ਬੀ ਆਉਂਦਾ। ਦੇਖੋ ਹੁਣ ਇਹ ਐਕਸ ਅਸੀਂ ਜਰਨਲੀ ਲਿਆ, ਕਿਤੇ ਵੀ ਹੋ ਸਕਦਾ, ਜਿਵੇਂ ਹੁਣ 0 ਤੋਂ 1 ਇੰਟਰਵਲ ਵਿੱਚ ਜੇ ਮੈਂ ਟੇਕ ਕਰਾਂ 0 ਤੋਂ 1 ਦੇ ਵਿੱਚ ਕੋਈ ਵੀ ਅਸੀਂ ਐਕਸ ਲੈਣਾ, ਉਹ 0.5 ਵੀ ਹੋ ਸਕਦਾ ਸੀਗਾ, 1 ਐਂਡ 0.99 ਵੀ ਹੋ ਸਕਦਾ ਸੀ, ਕੋਈ ਵੀ ਐਕਸ ਅਸੀਂ ਨਾ ਜਿਹੜਾ ਟੇਕ ਕਰ ਸਕਦੇ ਹਾਂ, ਬਸ ਅਸੀਂ ਇੱਕ ਪਾਰਟੀਸ਼ਨ ਬਣਾ ਲਈ। ਹੁਣ ਜੇ ਸਾਡੇ ਕੋਲ ਸਿਰਫ ਇਹੀ ਪਾਰਟੀਸ਼ਨ ਆ ਤਾਂ ਇਹਦੇ ਉੱਤੇ ਬਾਊਂਡਡ ਵੇਰੀਏਸ਼ਨ ਦੀ ਜਦੋਂ ਅਸੀਂ ਡੈਫੀਨੇਸ਼ਨ ਲਗਾਵਾਂਗੇ ਬੱਚੇ ਤਾਂ ਕੀ ਹੋਏਗੀ, ਦੇਖੋ ਬਾਊਂਡਡ ਵੇਰੀਏਸ਼ਨ ਦੀ ਤਾਂ ਇਹੀ ਆ, ਕਹਿੰਦੇ ਸਰ ਜਦੋਂ ਵੀ ਉਹਦਾ ਜਿਹੜੀ ਪਾਰਟੀਸ਼ਨ ਕੀਤੀ ਉਹਦੇ ਵਿੱਚ ਅਸੀਂ ਜਦੋਂ ਵੀ ਉਹਦਾ ਸਮਿਸ਼ਨ ਕੱਢਾਂਗੇ ਤਾਂ ਉਹ ਕੀ ਹੋਣਾ ਚਾਹੀਦਾ, ਲੈਸ ਦੈਨ ਇਕੁਅਲ ਟੂ ਐਮ ਹੋਣਾ ਚਾਹੀਦਾ। ਤਾਂ ਹੁਣ ਇੱਥੇ ਸਾਡੇ ਕੋਲ ਕੀ ਆ ਬੱਚੇ, ਤਿੰਨੀ ਨੰਬਰ ਨੇ, ਏ ਤੋਂ ਐਕਸ ਆ, ਐਕਸ ਤੋਂ ਬਾਅਦ ਬੀ ਆ, ਤਾਂ ਇਸਦਾ ਮਤਲਬ ਫੰਕਸ਼ਨ ਕੀ ਹੋਏਗਾ, ਐਫ ਆਫ ਏ ਤੇ ਐਫ ਆਫ ਐਕਸ ਤੇ ਐਫ ਆਫ ਬੀ ਤੇ ਇਹਨਾਂ ਦਾ ਡਿਫਰੈਂਸ ਅਸੀਂ ਕਿਵੇਂ ਕੱਢਾਂਗੇ, ਪਹਿਲੇ ਦੋ ਦਾ ਡਿਫਰੈਂਸ ਵਿੱਚ ਅਸੀਂ ਲਿਖਾਂਗੇ ਐਫ ਆਫ ਐਕਸ ਮਾਈਨਸ ਐਫ ਆਫ ਏ, ਇਹਦਾ ਅੱਗੇ ਕੀ ਚਾਹੀਦਾ, ਮੋਡ, ਫਿਰ ਪਲੱਸ ਅਗਲੀ ਕੀ ਆ ਜਾਏਗੀ, ਐਫ ਆਫ ਬੀ ਮਾਈਨਸ ਐਫ ਆਫ ਐਕਸ, ਇਹਦਾ ਕੀ ਆ ਜਾਏਗਾ, ਮੋਡ। ਸਿੰਪਲੀ ਇਹੀ ਲਿਖਾਂਗੇ, ਕਹਿੰਦੇ ਸਿਰਫ ਪਾਰਟੀਸ਼ਨ 'ਚ ਤਿੰਨੀ ਐਲੀਮੈਂਟ ਸੀ, ਜੇ ਤਿੰਨਾਂ ਦੇ ਅਕੋਰਡਿੰਗ ਅਸੀਂ ਇਸ ਡੈਫੀਨੇਸ਼ਨ ਨੂੰ ਲਿਖਣਾ ਹੋਵੇ ਤਾਂ ਐਵੇਂ ਲਿਖੀ ਜਾਊਗੀ, ਕਿਤੋਂ ਲੈਸ ਹੈ, ਲੈਸ ਦੈਨ ਇਕੁਅਲ ਟੂ ਐਮ। ਦੇਖੋ ਬੱਚੇ ਆ ਸਾਡੇ ਕੋਲ ਦੋ ਟਰਮ ਦਾ ਸਮ ਪਿਆ, ਮੋਡ ਦੇ ਵਿੱਚ ਨੇ, ਇਸਦਾ ਮਤਲਬ ਇਹ ਦੋਨੋਂ ਪੋਜ਼ੀਟਿਵ ਹੋਣਗੀਆਂ। ਜੇ ਬੱਚੇ ਦੋ ਟਰਮ ਦਾ ਸਮ ਆ ਤਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਟਰਮ, ਜੇ ਇਹਨੂੰ ਸਿੰਪਲ ਸੈਪਰੇਟ ਕਰਕੇ ਲਿਖੀਏ, ਆਹ ਦੋ ਜਿਹੜੀਆਂ ਟਰਮਸ ਅਸੀਂ ਲਿਖੀਆਂ ਹੋਈਆਂ ਨੇ, ਆਹ ਵਾਲੇ ਟਰਮ, ਹੁਣ ਜੇ ਮੈਂ ਕਹਾਂ ਬੱਚੇ 3 + 5 ਆ, 3 + 5 ਲਿਖਿਆ ਹੋਇਆ, ਕੀ ਇਹ 3 ਤੋਂ ਗ੍ਰੇਟਰ ਹੋਏਗਾ, ਹਾਂਜੀ, ਕੀ ਇਹ 5 ਤੋਂ ਗ੍ਰੇਟਰ ਹੋਏਗਾ, ਹਾਂਜੀ, ਇਸ ਦਾ ਮਤਲਬ ਅਸੀਂ ਐਵੇਂ ਵੀ ਲਿਖ ਸਕਦੇ ਹਾਂ ਬੱਚੇ। ਤਾਂ ਅਸੀਂ ਅਗਲਾ ਸਟੈਪ ਲਿਖਿਆ, ਕਹਿੰਦਾ ਇੱਥੇ ਦੋ ਟਰਮ ਦਾ ਸਮ ਪਿਆ, ਤਾਂ ਅਸੀਂ ਲਿਖ ਸਕਦੇ ਹਾਂ ਕਿ ਜਿਹੜੀ ਇਕੱਲੀ ਸਿੰਗਲ ਟਰਮ ਹੋਏਗੀ ਉਹ ਇਹਨਾਂ ਦੋਹਾਂ ਦੇ ਸਮ ਤੋਂ ਲੈਸ ਹੋਏਗੀ, ਅਤੇ ਇਹ ਅੱਗੇ ਸਮ ਕੀ ਤੋਂ ਲੈਸ ਆ, ਐਮ ਤੋਂ ਲੈਸ ਆ, ਸੋ ਅਸੀਂ ਇਹ ਬਣਾਇਆ। ਉਸ ਤੋਂ ਬਾਅਦ ਬੱਚੇ ਦੇਖੋ, ਜੇ ਏ ਬੀ ਤੋਂ ਲੈਸ ਆ, ਬੀ ਅੱਗੋਂ ਸੀ ਤੋਂ ਲੈਸ ਆ, ਦਿਸ ਇੰਪਲਾਈਜ਼ ਕੀ ਹੋ ਜਾਂਦਾ, ਏ ਇਜ਼ ਲੈਸ ਦੈਨ ਸੀ, ਸੋ ਏ ਇਜ਼ ਲੈਸ ਦੈਨ ਬੀ ਇਕੁਅਲ ਟੂ ਬੀ ਐਂਡ ਬੀ ਇਜ਼ ਲੈਸ ਦੈਨ ਇਕੁਅਲ ਟੂ ਸੀ, ਦਿਸ ਇੰਪਲਾਈਜ਼ ਏ ਇਜ਼ ਲੈਸ ਦੈਨ ਇਕੁਅਲ ਟੂ ਸੀ। ਅਸੀਂ ਸਿੰਪਲੀ ਉਹ ਰਿਜ਼ਲਟ ਬਣਾਇਆ। ਹੁਣ ਆ ਜਾਓ ਬੱਚੇ, ਦੇਖੋ ਸਾਨੂੰ ਐਫ ਐਕਸ ਚਾਹੀਦਾ, ਕਹਿੰਦਾ ਜੇਕਰ ਐਫ ਐਕਸ ਦੀ ਵੈਲਿਊ ਫਾਈਨਾਈਟ ਆ ਗਈ ਤਾਂ ਪੱਕਾ ਫੰਕਸ਼ਨ ਬਾਊਂਡਡ ਹੋਏਗਾ। ਦੇਖੋ ਇੱਥੇ ਤੱਕ ਅਸੀਂ ਪਹੁੰਚ ਗਏ ਨਾ, ਐਫ ਐਕਸ ਕਿਤੇ ਤਾਂ ਹੈਗਾ। ਹੁਣ ਜੇ ਅਸੀਂ ਇਹਨੂੰ ਉੱਧਰ ਲੈ ਜਾਈਏ ਤਾਂ ਸਾਡਾ ਜਿਹੜਾ ਜੇ ਆਨਸਰ ਫਾਈਨਾਈਟ ਆ ਗਿਆ ਤਾਂ ਕੰਮ ਹੋ ਜਾਏਗਾ ਕਿ ਫੰਕਸ਼ਨ ਬਾਊਂਡਡ ਆ। ਬਟ ਹੁਣ ਅਸੀਂ ਡਾਇਰੈਕਟਲੀ ਬੱਚੇ ਅਸੀਂ ਐਫ ਏ ਨੂੰ ਉੱਧਰ ਨਹੀਂ ਲਿਜਾ ਸਕਦੇ ਕਿਉਂਕਿ ਇੱਥੇ ਮੋਡ ਲੱਗਿਆ ਹੋਇਆ। ਤਾਂ ਸਿੰਪਲੀ ਜੇ ਇਹਨੂੰ ਇੱਥੇ ਹੋਲਡ ਕਰਕੇ ਰੱਖਿਆ ਅਤੇ ਅੱਗੇ ਦੇਖਿਆ ਬੱਚੇ, ਕਹਿੰਦਾ ਜਿਹੜੀ ਐਫ ਆਫ ਐਕਸ ਆ, ਕੀ ਉਹਨੂੰ ਅਸੀਂ ਲਿਖ ਸਕਦੇ ਹਾਂ ਐਫ ਐਕਸ ਦਾ ਮੋਡ, ਇਹਨੂੰ ਲਿਖ ਸਕਦੇ ਹਾਂ ਐਫ ਆਫ ਐਕਸ ਮਾਈਨਸ ਐਫ ਆਫ ਏ ਪਲੱਸ ਐਫ ਆਫ ਏ। ਦੇਖੋ ਅਸੀਂ ਸਿਰਫ ਕੀ ਕੀਤਾ, ਉਹਦੇ ਵਿੱਚ ਐਫ ਏ ਐਡ ਅਤੇ ਸਬਟਰੈਕਟ ਕੀਤਾ, ਜੇਕਰ ਸੇਮ ਕੁਆਂਟਿਟੀ ਐਡ ਅਤੇ ਸਬਟਰੈਕਟ ਕਰੀਏ ਫਰਕ ਕੋਈ ਨਹੀਂ ਪੈਂਦਾ। ਬਟ ਹੁਣ ਦੇਖੋ ਆਹ ਸਾਰੀ ਟਰਮ ਨੂੰ ਜੇ ਅਸੀਂ ਏ ਮੰਨ ਲਈਏ, ਆਹ ਇਕੱਲੀ ਟਰਮ ਬੀ ਆ, ਤਾਂ ਸਾਡੇ ਕੋਲ ਪਤਾ ਕਿ ਪ੍ਰੋਪਰਟੀ ਹੈ ਏ ਪਲੱਸ ਬੀ ਦਾ ਹੋਲ ਮੋਡ ਕੀ ਤੋਂ ਲੈਸ ਹੁੰਦਾ, ਏ ਮੋਡ ਪਲੱਸ ਆਫ ਬੀ ਮੋਡ ਤੋਂ ਲੈਸ ਹੁੰਦਾ। ਤਾਂ ਬੱਚੇ ਅਸੀਂ ਇਹਨੂੰ ਲਿਖ ਸਕਦੇ ਹਾਂ ਲੈਸ ਦੈਨ ਇਕੁਅਲ ਟੂ ਐਫ ਆਫ ਐਕਸ ਮਾਈਨਸ ਐਫ ਆਫ ਏ ਪਲੱਸ ਐਫ ਆਫ ਏ ਦਾ ਮੋਡ। ਦੇਖੋ ਐਫ ਐਕਸ ਮਾਈਨਸ ਐਫ ਏ ਉੱਪਰ ਅਸੀਂ ਕੀ ਤੋਂ ਲੈਸ ਮੰਨਿਆ, ਕਹਿੰਦੇ ਐਮ ਤੋਂ, ਪਲੱਸ ਐਫ ਆਫ ਏ ਦਾ ਮੋਡ। ਇਸ ਦਾ ਮਤਲਬ ਅਸੀਂ ਇਹ ਟਰਮ ਤੱਕ ਪਹੁੰਚ ਕੇ ਕੀ ਲਿਖ ਸਕਦੇ ਹਾਂ ਬੱਚੇ, ਕਹਿੰਦੇ ਐਫ ਆਫ ਐਕਸ ਕੀ ਤੋਂ ਲੈਸ ਹੋਏਗੀ, ਐਮ ਪਲੱਸ ਐਫ ਏ ਦੇ ਮੋਡ ਤੋਂ ਲੈਸ ਹੋਏਗੀ। ਬਟ ਐਫ ਏ ਆ ਜਿਹੜਾ ਫੰਕਸ਼ਨ ਵਿੱਚ ਸਾਨੂੰ ਪਹਿਲਾਂ ਹੀ ਦੇ ਰੱਖਿਆ ਕਿ ਉਹ ਬਾਊਂਡਡ ਵੇਰੀਏਸ਼ਨ ਦਾ ਔਨ ਏ ਟੂ ਬੀ ਇੰਟਰਵਲ, ਅਤੇ ਆ ਵੀ ਵੈਲਿਊ ਫਾਈਨਾਈਟ ਆ ਵੀ ਵੈਲਿਊ ਫਾਈਨਾਈਟ ਆ, ਦੋਹਾਂ ਨੂੰ ਐਡ ਕਰਾਂਗੇ ਆਨਸਰ ਕੀ ਆਏਗਾ, ਫਾਈਨਾਈਟ। ਇਸ ਦਾ ਮਤਲਬ ਐਫ ਐਕਸ ਦੀ ਵੈਲਿਊ ਕਿਸੇ ਫਾਈਨਾਈਟ ਨੰਬਰ ਤੋਂ ਛੋਟੀ ਹੈ ਤਾਂ ਐਫ ਐਕਸ ਕੀ ਹੋ ਗਿਆ ਸਾਡੇ ਕੋਲ, ਇਹ ਬਾਊਂਡਡ ਦੀ ਕੰਡੀਸ਼ਨ ਹੋ ਗਈ, ਕਿਉਂਕਿ ਐਕਸ ਅਸੀਂ ਜਨਰਲੀ ਵਿੱਚ ਕੋਈ ਵੀ ਐਲੀਮੈਂਟ ਲਿਆ ਸੀ ਏ ਬੀ ਇੰਟਰਵਲ ਦੇ ਵਿੱਚੋਂ, ਜਦੋਂ ਏ ਬੀ ਇੰਟਰਵਲ ਦੇ ਵਿੱਚੋਂ ਕੋਈ ਵੀ ਵੈਲਿਊ ਦੇ ਲਈ ਰਿਜ਼ਲਟ ਹੋਲਡ ਕਰ ਜਾਵੇ ਸਾਰੀਆਂ ਵੈਲਿਊਜ਼, ਇਟ ਮੀਨਸ ਟੂ ਸੇ ਐਕਸ ਕੋਈ ਵੀ ਨੰਬਰ ਹੋ ਸਕਦਾ ਔਨ ਦਾ ਇੰਟਰਵਲ ਏ ਟੂ ਬੀ, ਈਵਨ ਕਿ ਏ ਤੇ ਬੀ ਵੀ ਅਸੀਂ ਉਹਨੂੰ ਲੈਟ ਕਰ ਸਕਦੇ ਹਾਂ, ਐਕਸ ਦੀ ਥਾਂ 'ਤੇ ਏ ਤੇ ਬੀ ਵੀ ਪੁੱਟ ਕਰਾਂਗੇ ਤਾਂ ਹੀ ਵੀ ਸਾਨੂੰ ਇਹੀ ਕੰਡੀਸ਼ਨ ਜਿਹੜੀ ਉਹ ਮਿਲੇਗੀ, ਤਾਂ ਕਰਕੇ ਫੰਕਸ਼ਨ ਕੀ ਹੋ ਗਿਆ, ਬਾਊਂਡਡ ਹੋ ਗਿਆ। ਇਹ ਸੀਗਾ ਸਾਡਾ ਮੇਨ ਥਿਓਰਮ ਦਾ ਪ੍ਰੂਫ। ਹੁਣ ਨੈਕਸਟ ਕੀ ਕਰਨਾ ਬੱਚੇ,
ਕਹਿੰਦੇ ਹਮੇਸ਼ਾ ਹੀ ਜਦੋਂ ਵੀ ਸਾਨੂੰ ਇਹੋ ਜਿਹੀਆਂ ਥਿਓਰਮ ਆਉਂਦੀਆਂ ਨੇ ਇਹਨਾਂ ਦਾ ਕਨਵਰਸ ਪਾਰਟ ਸਾਡੇ ਲਈ ਇੰਪੋਰਟੈਂਟ ਬਣ ਜਾਂਦਾ, ਕਿਉਂਕਿ ਇਹਨਾਂ ਦੇ ਕਨਵਰਸ ਦੇ ਵਿੱਚ ਸਾਡੇ ਕੋਲ ਬੱਚੇ ਜ਼ਿਆਦਾਤਰ ਪ੍ਰੋਬਲਮਸ ਹੁੰਦੀਆਂ ਕੀ ਹੋਲਡ ਕਰੇਗਾ ਜਾਂ ਨਹੀਂ ਕਰੇਗਾ। ਤਾਂ ਤੁਸੀਂ ਯਾਦ ਰੱਖਣਾ ਕਿ ਜਦੋਂ ਫੰਕਸ਼ਨ ਬਾਊਂਡਡ ਵੇਰੀਏਸ਼ਨ ਆ ਤਾਂ ਪੱਕਾ ਉਹ ਬਾਊਂਡਡ ਹੋਏਗਾ ਹੀ ਹੋਏਗਾ। ਪਰ ਜੇ ਤੋਂ ਉਲਟ ਪੁੱਛ ਲਵੇ, ਕਹਿੰਦੇ ਤੁਹਾਨੂੰ ਕੋਈ ਫੰਕਸ਼ਨ ਦੇਤਾ ਜੋ ਬਾਊਂਡਡ ਆ, ਕੀ ਉਹ ਬਾਊਂਡਡ ਵੇਰੀਏਸ਼ਨ ਹੋਏਗਾ? ਤਾਂ ਤੁਸੀਂ ਕਹਿ ਦੇਣਾ ਕਿ ਸਾਨੂੰ ਨਹੀਂ ਪਤਾ, ਮੇ ਬੀ ਦੀ ਕੰਡੀਸ਼ਨ ਆ ਵੀ ਹੋ ਵੀ ਸਕਦਾ ਨਹੀਂ ਵੀ, ਪਹਿਲਾਂ ਅਸੀਂ ਚੈੱਕ ਕਰਨਾ ਚਾਹਾਂਗੇ। ਤਾਂ ਕੋਈ ਨਾ ਕੋਈ ਐਗਜ਼ਾਮਪਲ ਸਾਨੂੰ ਇਹੋ ਜਿਹੀ ਪੱਕਾ ਮਿਲੂਗੀ ਜਿਹੜੀ ਫੰਕਸ਼ਨ ਬਾਊਂਡਡ ਤਾਂ ਹੋਏਗੀ ਬਟ ਬਾਊਂਡਡ ਵੇਰੀਏਸ਼ਨ ਦੀ ਨਾ ਹੋਏਗੀ, ਤਾਂ ਹੀ ਸਾਡਾ ਇਹ ਕਨਵਰਸ ਹੈ ਜਿਹੜਾ ਉਹ ਹੋਲਡ ਕਰਦਾ ਹੁੰਦਾ। ਬਟ ਬੱਚੇ ਇੱਥੇ ਅਗੇਨ ਇੱਕ ਚੀਜ਼ ਹੋਰ ਹੁੰਦੀ ਹੈ, ਦੇਖੋ ਹੁਣ ਜੇ ਤੁਸੀਂ ਕਹਿਤਾ ਕਿ ਫੰਕਸ਼ਨ ਬਾਊਂਡਡ ਵੇਰੀਏਸ਼ਨ ਤਾਂ ਬਾਊਂਡਡ ਹੋਊਗਾ, ਕਈ ਵਾਰੀ ਹੁੰਦਾ ਨੇ ਫੰਕਸ਼ਨ ਬਾਊਂਡਡ ਨਹੀਂ ਹੈਗਾ, ਨॉट ਬਾਊਂਡਡ। ਜਿੱਥੇ ਆ ਗਿਆ ਵਰਡ ਨॉट ਬਾਊਂਡਡ, ਇਸ ਦਾ ਮਤਲਬ ਉਹ ਬਾਊਂਡਡ ਵੇਰੀਏਸ਼ਨ ਵੀ ਨਹੀਂ ਹੋਣਾ, ਕਿਉਂਕਿ ਬੱਚੇ ਕੰਡੀਸ਼ਨ ਕੀ ਆ, ਕਹਿੰਦਾ ਜੇ ਬਾਊਂਡਡ ਵੇਰੀਏਸ਼ਨ ਆ ਤਾਂ ਪੱਕਾ ਬਾਊਂਡਡ ਹੋਏਗਾ ਹੀ ਹੋਏਗਾ। ਜੇ ਬਾਊਂਡਡ ਹੀ ਨਹੀਂ ਹੈਗਾ ਬੱਚੇ ਤਾਂ ਉਹਦੀ ਬਾਊਂਡਡ ਵੇਰੀਏਸ਼ਨ ਦੇ ਬਾਰੇ ਅਸੀਂ ਕੀ ਕਹਾਂਗੇ, ਕੁਝ ਵੀ ਨਹੀਂ ਪਤਾ। ਇਸ ਦਾ ਮਤਲਬ ਹੁਣ ਸਾਨੂੰ ਕੀ ਕਹਿਣਾ ਅਗਲਾ, ਹੁਣ ਇਹਦਾ ਕਨਵਰਸ ਕੀ ਕਹਿ ਰਿਹਾ, ਕਹਿੰਦੇ ਫੰਕਸ਼ਨ ਜੇਕਰ ਬਾਊਂਡਡ ਆ ਤਾਂ ਜ਼ਰੂਰੀ ਨਹੀਂ ਉਹ ਬਾਊਂਡਡ ਵੇਰੀਏਸ਼ਨ ਵੀ ਹੋਏਗਾ। ਅਸੀਂ ਇਹਨੂੰ ਐਗਜ਼ਾਮਪਲ ਦੇ ਥਰੂ ਸਮਝਾਂਗੇ। ਇੰਪੋਰਟੈਂਟ ਐਗਜ਼ਾਮਪਲ ਆ ਬੱਚੇ, ਸਮਟਾਈਮਸ ਇਹਨੂੰ ਐਗਜ਼ਾਮਪਲ ਦੇ ਹੀ ਇਕੱਲੇ ਆ ਜਾਂਦੇ ਆ ਕਿ ਗਿਵ ਐਨ ਐਗਜ਼ਾਮਪਲ of a function which need not to be a bounded variation but a function is bounded, important ਹੈ। ਅਸੀਂ ਇੱਕ ਐਗਜ਼ਾਮਪਲ ਟੇਕ ਕੀਤੀ ਬੱਚੇ, x ਕਿਸ ਤਰ੍ਹਾਂ ਡਿਫਾਈਨ ਆ, ਕਹਿੰਦੇ x ਸਾਈਨ ਪਾਈ ਬਾਏ x ਜਦੋਂ 0 ਦੇ ਇਕੁਅਲ ਨਹੀਂ ਹੈਗਾ, 0 ਜਦੋਂ x ਕਿਹਦੇ ਇਕੁਅਲ ਆ 0, ਇਹ ਡਿਫਾਈਨਮੈਂਟ ਆ ਫੰਕਸ਼ਨ ਦੀ। ਇਸ ਤਰ੍ਹਾਂ ਦਾ ਫੰਕਸ਼ਨ ਲਿਆ ਕਿਸੇ ਡੋਮੇਨ ਤੋਂ 0 1 ਤੋਂ ਲੈ ਕੇ ਰੇਂਜ ਕੀ ਹੈ ਬੱਚੇ ਉਹਦੀ ਰੀਅਲ ਤੱਕ, ਮਤਲਬ 0 1 ਦੇ ਵਿੱਚੋਂ ਕੋਈ ਵੀ ਐਂਟਰੀ ਪਾਓਗੇ ਤੇ ਆਨਸਰ ਕੀ ਆਏਗਾ, ਇੱਕ ਰੀਅਲ ਨੰਬਰ ਆਏਗਾ। ਪਹਿਲਾਂ ਚੈੱਕ ਕਰੋ ਕੀ ਇਹ ਫੰਕਸ਼ਨ ਜੋ ਅਸੀਂ ਡਿਫਾਈਨ ਕੀਤਾ ਹੈ ਬਾਊਂਡਡ ਹੈਗਾ। ਦੇਖੋ ਸਾਈਨ x, ਸਾਡੇ ਕੋਲ x ਦੀ ਵੈਲਿਊ ਤਾਂ ਅਸੀਂ 0 ਤੋਂ 1 ਲੈਣੀ ਹੈ, ਇਸ ਦਾ ਮਤਲਬ ਬੱਚੇ ਉਹਦੀ ਬਾਊਂਡਰੀ ਅਗੇਨ ਲਗਾਤੀ, x ਦੀ ਵੈਲਿਊ ਤਾਂ 0 ਤੋਂ 1 ਦੇ ਵਿੱਚ ਪਈ ਹੈ, ਇਸ ਦਾ ਮਤਲਬ ਇਹਦੀ ਵੈਲਿਊ ਸਿਰਫ ਇਹਦੇ ਦੋਹਾਂ ਦੇ ਨੰਬਰਸ ਦੇ ਵਿੱਚ ਆਏਗੀ। ਤੇ ਅੱਗੋਂ ਜਿਹੜੇ ਇਹਦੇ ਨਾਲ ਸਾਈਨ ਲੱਗਿਆ ਹੋਇਆ ਸਾਈਨ x, ਸਾਨੂੰ ਪਤਾ ਬੱਚੇ ਸਾਈਨ x ਦੀ ਜਿਹੜੀ ਮੋਡ ਦੀ ਵੈਲਿਊ ਲੈਸ ਦੈਨ ਇਕੁਅਲ ਟੂ 1 ਰਹਿੰਦੀ ਆ। ਇਸ ਦਾ ਮਜਾਈ ਕਹਿ ਲਓ ਕਿ ਸਾਈਨ ਹਮੇਸ਼ਾ -1 ਤੋਂ ਲੈ ਕੇ 1 ਦੇ ਵਿੱਚ ਲਾਈ ਕਰਦਾ ਹੁੰਦਾ। ਸੋ ਇਹ ਕੀ ਹੋ ਸਾਡੇ ਕੋਲ ਇੱਕ ਬਾਊਂਡਡ ਫੰਕਸ਼ਨ ਆ। ਇਸ ਦਾ ਮਤਲਬ ਬੱਚੇ ਜਿਹੜਾ ਸਾਡੇ ਕੋਲ ਗਿਵਨ ਫੰਕਸ਼ਨ ਆ, ਮਤਲਬ ਜੋ ਅਸੀਂ ਫੰਕਸ਼ਨ ਲਿਆ ਉਹ ਬਾਊਂਡਡ ਆ। ਹੁਣ ਨੈਕਸਟ ਕੀ ਚੈੱਕ ਕਰਨਾ ਕੀ ਇਹ ਬਾਊਂਡਡ ਵੇਰੀਏਸ਼ਨ ਹੈਗਾ ਜਾਂ ਨਹੀਂ। ਬਾਊਂਡਡ ਵੇਰੀਏਸ਼ਨ ਕੀ ਹੁੰਦਾ, ਜਦੋਂ ਅਸੀਂ ਇਹਦੀ ਕੋਈ ਪਾਰਟੀਸ਼ਨ ਕੀਤੀ, ਪਾਰਟੀਸ਼ਨ ਦੇ ਉੱਤੇ ਜਦੋਂ ਇਹਦਾ ਸਮ ਕੀਤਾ, ਜੇਕਰ ਉਹ ਫਾਈਨਾਈਟ ਆ ਗਿਆ ਤਾਂ ਕੀ ਹੋ ਜਾਏਗਾ, ਇਹ ਬਾਊਂਡਡ ਵੇਰੀਏਸ਼ਨ ਦਾ ਹੋ ਜਾਏਗਾ। ਸੋ ਸਾਨੂੰ ਹੁਣ ਕੀ ਚਾਹੀਦੀ ਹੈ, ਇਸ ਇੰਟਰਵਲ 0 ਤੋਂ 1 ਦੀ ਇੱਕ ਪਾਰਟੀਸ਼ਨ ਚਾਹੀਦੀ ਹੈ। ਬੱਚੇ ਪਾਰਟੀਸ਼ਨ ਅਸੀਂ ਕੋਈ ਵੀ ਲੈ ਸਕਦੇ ਹਾਂ, ਅਸੀਂ ਪਾਰਟੀਸ਼ਨ ਲਈ 1 ਬੱਚੇ 0 ਤੋਂ 1 ਤੱਕ ਚਾਹੀਦੀ ਸੀ, ਮੈਂ 1 ਅੱਗੇ ਲਿਖਿਆ ਤਾਂ 0 ਅੱਗੇ ਲਿਖ ਲਓ। 1 ਤੋਂ ਬਾਅਦ 2/3 2/n ਅਪ ਟੂ ਸੋ ਔਨ ਕਰਦੇ 2/2n + 1 ਤੇ 0, ਇਹ ਅਸੀਂ ਲੈ ਲਈ ਦੀ ਪਾਰਟੀਸ਼ਨ। ਹੁਣ ਇਸ ਪਾਰਟੀਸ਼ਨ ਦੇ ਉੱਤੇ ਕੀ ਕੱਢਣਾ ਬੱਚੇ, ਅਸੀਂ ਉਹਦੇ ਡੈਲ FK ਦਾ ਸਮਿਸ਼ਨ ਕੱਢਣਾ, ਕਿੰਨੀ ਉਹਦੀ ਵੈਲਿਊ ਆਏਗੀ। ਸੋ 1 ਵੇਰੀ k ਵੇਰੀ ਲਾ ਲਓ ਬੱਚੇ, ਚਾਹੇ i ਵੇਰੀ 1 to n ਐਡ ਮੋਡ fx i ਮਾਈਨਸ fx i ਮਾਈਨਸ 1, ਇਹਦੀ ਵੈਲਿਊ ਸਾਨੂੰ ਚਾਹੀਦੀ ਹੈ ਬੱਚੇ। ਇਹਦਾ ਮਤਲਬ ਜੇ ਸਮਿਸ਼ਨ ਖੋਲਾਂਗੇ ਤਾਂ ਸਮਿਸ਼ਨ ਦਾ ਹੀ ਬਣੂਗਾ fx1 ਮਾਈਨਸ fx ਨੋਟ fx2 ਮਾਈਨਸ fx1 ਅਪ ਟੂ ਸੋ ਔਨ। ਅਸੀਂ ਇਹਦਾ ਸਮਿਸ਼ਨ n ਤੱਕ ਖੋਲਿਆ। ਉਸ ਤੋਂ ਬਾਅਦ ਦੇਖੋ ਬੱਚੇ ਅਸੀਂ x1 ਨੂੰ ਅਸੀਂ ਮੰਨ ਲਿਆ 1 ਆ, ਫਿਰ 2/3 ਆ, 2/n ਅਪ ਟੂ ਸੋ ਔਨ, ਇਸ ਤਰ੍ਹਾਂ ਅਸੀਂ ਲੈਣਾ ਸੀ ਬੱਚੇ। ਹਾਂਜੀ ਮੈਂ ਇੱਥੇ ਥੋੜ੍ਹੀ ਮਿਸਟੇਕ ਕੀਤੀ। ਦੇਖੋ ਆਹ ਹੋ ਗਈ ਸਾਡੀ x0 ਦੀ ਵੈਲਿਊ, ਆਹ ਹੋ ਗਈ ਸਾਡੀ x1 ਦੀ ਵੈਲਿਊ, ਆਹ ਹੋ ਗਈ ਬੱਚੇ x2 ਦੀ ਵੈਲਿਊ ਅਪ ਟੂ ਸੋ ਔਨ। ਤਾਂ ਇੱਥੇ ਆ ਜਾਣਾ ਸੀਗਾ ਸਾਡੇ ਕੋਲ 2/3 ਅਤੇ ਇੱਥੇ ਆ ਜਾਣਾ ਸੀ ਸਾਡੇ ਕੋਲ 1। ਬਸ ਇਹ ਕਰੈਕਸ਼ਨ ਕਰ ਲਿਓ ਕਿ ਪਹਿਲਾਂ ਆਏਗਾ 2/3 ਅਤੇ ਫਿਰ ਆ ਜਾਏਗਾ ਸਾਡੇ ਕੋਲ 1। ਅਤੇ ਸਿਮੀਲਰ ਬੱਚੇ ਅੱਗੇ ਅਸੀਂ ਇਹਨੇ ਐਵੇਂ ਹੀ ਸੋਲਵ ਕਰੀ ਜਾਣਾ ਸੀਗਾ, ਇੱਥੇ 2/3 2/n। ਹੁਣ ਦੇਖੋ f ਐਟ ਅ ਪੁਆਇੰਟ 2/3, ਦੇਖੋ ਜੇਕਰ ਉੱਪਰ ਫੰਕਸ਼ਨ ਦੀ ਡਿਫਾਈਨਮੈਂਟ ਦੀ ਗੱਲ ਕਰੀਏ, ਜਦੋਂ x ਦੀ ਵੈਲਿਊ ਕਿੰਨੀ ਹੋਏਗੀ, ਨੋਨ ਜ਼ੀਰੋ ਹੋਏਗੀ, ਤਾਂ ਫੰਕਸ਼ਨ ਉੱਪਰਲਾ ਕੰਮ ਕਰਨਾ x ਸਾਈਨ π/x। ਇਸ ਦਾ ਮਤਲਬ ਇਹ ਕੀ ਬਣ ਜਾਏਗਾ 2/3 ਇੰਟੂ ਸਾਈਨ π/2/3, ਮਤਲਬ ਇਹਨੂੰ ਆਪੋਜ਼ਿਟ ਕਰੋਗੇ ਬੱਚੇ ਕੀ ਬਣ ਜਾਏਗਾ 2/3 ਸਾਈਨ 3/2 π। ਅਗੇਨ ਸਾਰੀਆਂ ਵੈਲਿਊਜ਼ ਅਸੀਂ ਫੰਕਸ਼ਨ ਦੇ ਵਿੱਚ ਸਬਸਟੀਟਿਊਟ ਕੀਤੀਆਂ ਤਾਂ ਸਾਡੇ ਕੋਲ ਕੁਛ ਇਸ ਤਰ੍ਹਾਂ ਦੀ ਫਾਰਮ ਬਣ ਜਾਏਗੀ। ਇਹਨੂੰ ਫਿਰ ਅਗੇਨ ਚੇਂਜ ਕਰ ਲਿਓ, ਪਲੱਸ ਦਾ ਸਾਡੇ ਕੋਲ ਮਾਈਨਸ ਦਾ ਬਣੇਗਾ। ਹੁਣ ਅੱਗੇ ਬੱਚੇ ਕੀ ਕਰਨਾ, ਕਹਿੰਦੇ ਜਿਹੜੀਆਂ ਆਪਣੀਆਂ ਵੈਲਿਊਜ਼ ਨੇ, ਦੇਖੋ ਹੁਣ ਸਾਨੂੰ ਸਾਈਨ ਦੀਆਂ ਵੈਲਿਊਜ਼ ਪ੍ਰੋਬਲਮ ਦੇ ਰਹੀਆਂ ਨੇ ਕਿ ਸਾਈਨ ਦੀਆਂ ਵੈਲਿਊਜ਼ ਅਸੀਂ ਕਿਵੇਂ ਕੱਢੀਏ। ਬਸ ਇੱਕ ਯਾਦ ਰੱਖਣਾ ਕਿ ਸਾਈਨ 2n + 1 ਅਪੋਨ ਇੰਟੂ π/2, ਇਹਦੀ ਵੈਲਿਊ ਹਮੇਸ਼ਾ ਕਿੰਨੀ ਹੁੰਦੀ ਹੈ ਬੱਚੇ, -1 ਦੀ ਪਾਵਰ n ਹੁੰਦੀ ਹੈ। ਦੇਖੋ ਜਿਹੜਾ 3π ਆ, 3/2π, ਇਹਨੂੰ ਅਸੀਂ ਐਵੇਂ ਲਿਖ ਸਕਦੇ ਹਾਂ 2 × 1 + 1 ਇੰਟੂ n/π/2। ਤਾਂ ਇਹ ਕੀ ਬਣ ਗਿਆ ਸਾਡੇ ਕੋਲ ਬੱਚੇ 3π/2 ਹੀ ਬਣੇਗਾ। ਬਟ ਇਹਨੂੰ ਇਹਦੇ ਨਾਲ ਕੰਪੈਰੀਜ਼ਨ ਕਰੋ, n ਦੀ ਥਾਂ 'ਤੇ ਕੀ ਆ ਗਿਆ 1, ਇਸ ਦਾ ਮਤਲਬ ਇਹਦੀ ਵੈਲਿਊ ਕੀ ਆਉਣੀ ਸੀ -1 ਦੀ ਪਾਵਰ 1, ਇਸ ਦਾ ਮਤਲਬ ਇਹਦਾ ਆਨਸਰ ਕੀ ਆਉਣਾ ਸੀ ਨੈਗੇਟਿਵ। ਬਟ ਸਾਈਨ π ਸਾਡੇ ਕੋਲ ਕੀ ਹੋਏਗਾ ਬੱਚੇ, ਉਹਦੇ ਅਕੋਰਡਿੰਗ ਅਸੀਂ ਦੇਖ ਲਾਂਗੇ। ਬਟ ਹੁਣ ਨੈਗੇਟਿਵ ਹੋ ਜਾਏਗਾ
ਜੇ ਹੁਣ ਸਾਡੇ ਕੋਲ ਇਹ ਨੈਗੇਟਿਵ ਟਰਮਸ ਆ ਰਹੀਆਂ ਨੇ ਤਾਂ ਮੋਡ ਆ ਬੱਚੇ ਬਾਹਰ ਕੱਢੋਗੇ ਤਾਂ ਹਮੇਸ਼ਾ ਪੋਜ਼ੀਟਿਵ ਟਰਮਸ ਆਉਣਗੀਆਂ। ਸਿਮਿਲਰ ਅਸੀਂ 5π/2 ਨੂੰ ਲਿਖ ਸਕਦੇ ਹਾਂ। 5π/2 ਨੂੰ ਅਸੀਂ ਕਿਵੇਂ ਲਿਖ ਸਕਦੇ ਹਾਂ? 5 2 × 2 + 1 × π/2 ਬੱਚੇ ਇਹੀ ਲਿਖਾਂਗੇ। ਦੇਖੋ ਹੁਣ n ਦੀ ਪਲੇਸ 'ਤੇ ਕੀ ਆ ਗਿਆ? 2 -1 ਦੀ ਪਾਵਰ 2 ਕਰੋਗੇ ਆਂਸਰ ਕੀ ਆ ਜਾਏਗਾ? ਪੋਜ਼ੀਟਿਵ ਆ ਜਾਏਗਾ। ਮੂਰੇ ਕੀ ਆ? ਨੈਗੇਟਿਵ। ਅਗੇਨ ਨੈਗੇਟਿਵ ਸਾਰੇ 'ਚੋਂ ਕਾਮਨ ਨਿਕਲ ਜਾਏਗਾ ਤਾਂ ਅਸੀਂ ਇਹਨੂੰ ਸੋਲਵ ਕਰਾਂਗੇ ਤਾਂ ਕੁਛ ਇਸ ਤਰ੍ਹਾਂ ਦੀ ਸਾਡੇ ਕੋਲ ਇੱਕ ਸੀਰੀਜ਼ ਬਣੇਗੀ। ਹੁਣ ਇਹ ਸੀਰੀਜ਼ ਦੇ ਵਿੱਚ ਹਰੇਕ ਟਰਮ ਦੇਖੋ ਬੱਚੇ ਸਾਡੇ ਕੋਲ ਡਬਲ ਟਾਈਮ ਆ। 2/3 2/3 ਐਡ ਕਰੋਗੇ 4/3 ਅੱਗੇ 2/5 + 2/5 ਹੋਊਗਾ। 2/2n + 1 2n + 1 ਹੋਏਗਾ। ਇਹਨਾਂ ਨੂੰ ਐਡ ਕਰਾਂਗੇ ਤਾਂ ਸਾਡੇ ਕੋਲ 4 ਸਾਰੇ 'ਚੋਂ ਕਾਮਨ ਨਿਕਲ ਜਾਏਗਾ ਤਾਂ ਸੀਰੀਜ਼ ਬਚੇਗੀ। ਦੇਖੋ ਜੇਕਰ ਇਹ ਸੀਰੀਜ਼ ਸਾਡੇ ਕੋਲ ਇਹਦਾ ਸਮ ਕੀ ਹੋਇਆ ਬੱਚੇ? ਇਹ ਸਾਡੇ ਕੋਲ ਫਾਈਨਾਈਟ ਹੋਇਆ। ਮਤਲਬ ਜੇ ਇਹਦਾ ਸਮ ਫਾਈਨਾਈਟ ਹੋਇਆ ਤਾਂ ਇਸਦਾ ਮਤਲਬ ਇਹ ਕੀ ਹੋ ਜਾਏਗੀ? ਕਨਵਰਜੈਂਟ ਹੋ ਜਾਏਗੀ। ਜੇ ਕਨਵਰਜੈਂਟ ਹੈ ਤਾਂ ਇਸਦਾ ਮਤਲਬ ਇਹ ਸਾਡੇ ਕੋਲ ਕੀ ਹੋਊਗੀ? ਬਾਊਂਡਡ ਵੇਰੀਏਸ਼ਨ ਹੋਏਗੀ। ਬਟ ਹੁਣ ਚੈੱਕ ਕਰਨਾ ਕੀ ਇਹ ਸੀਰੀਜ਼ ਸਾਡੇ ਕੋਲ ਕਨਵਰਜੈਂਟ ਹੈਗੀ ਆ। ਦੇਖੋ ਇਸ ਸੀਰੀਜ਼ ਨੂੰ ਅਸੀਂ ਜਨਰਲੀ ਐਵੇਂ ਲਿਖ ਸਕਦੇ ਹਾਂ, ਸਾਡੇ ਕੋਲ ਕੀ ਆ? 2n + 1 ਦੀ ਫੋਰਮ ਦੇ ਵਿੱਚ ਇੱਕ ਸੀਰੀਜ਼ ਪਈ ਆ ਜਿਹੜੀ ਕਿਵੇਂ ਆ? 1/3 1/5 ਅਪ ਟੂ 1/2n + 1 ਦੀ ਫੋਰਮ ਤੱਕ ਜਾ ਰਹੀ ਆ। ਬੱਚੇ ਕੀ ਇਹ ਸੀਰੀਜ਼ ਸਾਡੇ ਕੋਲ ਕਨਵਰਜੈਂਟ ਹੈ? ਨਹੀਂ। ਕਹਿੰਦੇ ਇਹ ਸੀਰੀਜ਼ ਸਾਡੇ ਕੋਲ ਕੀ ਬਣ ਰਹੀ ਹੈ? ਇੱਕ ਹਾਰਮੋਨਿਕ ਸੀਰੀਜ਼ ਦੇ ਨਾਲ ਅਸੀਂ ਬਾਏ ਕੰਪੈਰੀਜ਼ਨ ਟੈਸਟ ਇਹਨੂੰ ਫਾਈਂਡ ਕਰ ਸਕਦੇ ਹਾਂ। ਇਹ ਇੱਕ ਡਿਵਰਜੈਂਟ ਸੀਰੀਜ਼ ਬਣ ਰਹੀ ਆ। ਦੇਖੋ ਕਹਿੰਦੇ ਅਸੀਂ ਇਹਨੂੰ ਲਿਖ ਸਕਦੇ ਹਾਂ n ਵੇਰੀਏਸ਼ਨ i ਦੀ ਵੇਰੀਏਸ਼ਨ ਜਾਂ ਜੇ n ਦੀ ਵੇਰੀਏਸ਼ਨ ਅਸੀਂ ਲੈ ਲਈ 2n/n। ਕਹਿੰਦੇ ਇਹ ਸੀਰੀਜ਼ ਨੂੰ ਜੇ ਬਾਏ ਕੰਪੈਰੀਜ਼ਨ ਟੈਸਟ ਕਰੀਏ ਬੱਚੇ ਇਹ ਕਹਿੰਦੇ ਲੈਸ ਦਾ ਸਮਿਸ਼ਨ 1/n ਤੋਂ। ਅਤੇ ਸਮਿਸ਼ਨ 1/n ਕੀ ਇੱਕ ਹਾਰਮੋਨਿਕ ਸੀਰੀਜ਼ ਹੈ। ਜਿਹੜੀ ਹਾਰਮੋਨਿਕ ਸੀਰੀਜ਼ ਹੁੰਦੀ ਹੈ ਉਹ ਹਮੇਸ਼ਾ ਕੀ ਹੁੰਦੀ ਹੈ? ਸਾਡੇ ਕੋਲ ਡਿਵਰਜੈਂਟ ਸੀਰੀਜ਼ ਹੁੰਦੀ ਹੈ। ਦੈਨ ਬਾਏ ਕੰਪੈਰੀਜ਼ਨ ਟੈਸਟ ਆਫ ਆ ਸੀਰੀਜ਼ ਵੀ ਕੀ ਹੋਏਗੀ? ਡਿਵਰਜੈਂਟ ਸੀਰੀਜ਼ ਹੋਏਗੀ। ਜੇ ਇਹ ਸੀਰੀਜ਼ ਡਿਵਰਜੈਂਟ ਹੈ ਇਸਦਾ ਮਤਲਬ ਬੱਚੇ ਇਹਦਾ ਸਮ ਸਾਡੇ ਕੋਲ ਇਨਫਿਨਿਟੀ ਤੱਕ ਜਾ ਰਿਹਾ, ਫਾਈਨਾਈਟ ਨਹੀਂ ਹੈਗਾ, ਮਤਲਬ ਕਨਵਰਜ ਨਹੀਂ ਕਰ ਰਿਹਾ। ਜੇ ਕਨਵਰਜੈਂਟ ਨਹੀਂ ਹੈਗੀ ਤਾਂ ਇਹ ਬਾਊਂਡਡ ਵੇਰੀਏਸ਼ਨ ਵੀ ਨਹੀਂ ਹੋਏਗੀ। ਸੋ ਸਾਨੂੰ ਇੱਕ ਐਗਜ਼ਾਮਪਲ ਹੈ ਜੀ ਮਿਲ ਗਈ ਜੋ ਫੰਕਸ਼ਨ ਤਾਂ ਕੀ ਸੀਗਾ? ਬਾਊਂਡਡ ਸੀ ਬਟ ਉਹਦੀ ਜਿਹੜੀ ਫੰਕਸ਼ਨ ਬਾਊਂਡਡ ਸੀ ਬਟ ਨਾਟ ਬਾਊਂਡਡ ਵੇਰੀਏਸ਼ਨ, ਪਰ ਬਾਊਂਡਡ ਵੇਰੀਏਸ਼ਨ ਉਹ ਨਹੀਂ ਸੀਗਾ। ਆਈ ਹੋਪ ਕਲੀਅਰ ਹੋਇਆ ਹੋਏਗਾ ਬੱਚੇ ਨੂੰ। ਧਿਆਨ ਨਾਲ ਦੇਖ ਲਿਓ। ਥੈਂਕ ਯੂ ਫॉर ਵਾਚਿੰਗ।